एजुकेशन ते हेल्थ केयर का वड्डा माफिया पैदा हो गया। वो मर्जी लुट्टी जाते हैं, फीसां ले जाते हैं। अकाली दल की जी राजनीति है मैंने समझ आती है, वो बहुता डट के किसी भी इशू के उत्ते विरोध नहीं कर सकते, क्योंकि वो आप हर गल में चोर ते काणे ने। चाहे वो ड्रग्स की गल है, चाहे वो रेत माफिया की गल है, चाहे वो शराब माफिया की गल है, चाहे वो ट्रांसपोर्ट माफिया की गल है, चाहे भ्रिष्टाचार की गल है। जी एक्साइज एंड टैक्सेशन है जिहदे कि मिनिस्टर भी कैप्टन अमरिंदर सिंह है, उस डिपार्टमेंट चों लगभग 2000 करोड़ रुपए की चोरी एक साल में। ये तो सिर्फ वो आंकड़े हैं जिहड़े गवर्नमेंट आप एडमिट कर रही है। जिहड़ी बाकी पिलफरेज हो रही है, 2 नंबर का रिटेल में ठगी ठोरी हो रही है, उसका तो मेरा ख्याल कोई हिसाब नहीं है। ये सिर्फ होमे की लड़ाई सी कि मिनिस्टर्स होमे नूं पट्ठे पाते, उन्होंने माफ़ी मांग ली चीफ सैकटरी ने, ते मसला खत्म हो गया। तो ਜਿਹੜੇ 12 MLAs ने CBI की जांच मंगी सी कि ये उन्होंने कोई हिस्सा या बत्ती मिल गई जो चुप कर दी। ये लड़ाई होमे की नहीं की, ये लड़ाई किसी मिनिस्टर बनाम चीफ सैकटरी, कांग्रेस MLAs बनाम चीफ सैकटरी नहीं की। ये लड़ाई है पंजाब के लोगों की हो रही लुट, सरकारी खजाने की हो रही लुट की लड़ाई है। दोस्तों अज मैं तुहाडे नाल जो पंजाब दे विच ਵੱਖ-ਵੱਖ डिपार्टमेंट्स ਵਿੱਚ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਸਿਲਸਿਲੇ 'ਚ ਗੱਲ ਕਰਨੀ। ਅਸਲ 'ਚ ਪੰਜਾਬ ਦੀ ਤਰਾਸਦੀ ਇਹ ਹੈ ਕਿ ਜਿਹੜੀਆਂ ਧਿਰਾਂ ਨੂੰ ਆਪਾਂ ਸਰਕਾਰ ਬਣਾ ਕੇ ਖਜ਼ਾਨੇ ਦੀ ਚਾਬੀ ਦੇ ਦਿੰਦੇ ਆ, ਉਹ ਕਾਫੀ ਅਰਸੇ ਤੋਂ ਲੁੱਟਦੇ ਨੇ। ਉਹਨਾਂ ਨੂੰ ਪੰਜਾਬ ਦੇ ਜਿਹੜੇ ਆਮ ਆਵਾਮ ਦੇ ਬੇਸਿਕ ਇਸ਼ੂਜ਼ ਨੇ, ਐਜੂਕੇਸ਼ਨ, ਹੈਲਥ ਕੇਅਰ, ਰੋਜ਼ਗਾਰ, ਇਹਨਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਗਾ। ਇਹ ਏਜੰਡਾ ਉਹਨਾਂ ਦਾ ਬਣ ਚੁੱਕਿਆ ਪਿਛਲੇ 10-15 ਸਾਲ ਅਕਾਲੀ ਦਲ ਦੇ ਰਾਜ, ਉਸ ਤੋਂ ਪਹਿਲਾਂ ਤੇ ਹੁਣ ਲਗਾਤਾਰ। ਜਿਹੜੀ ਦੂਜੀ ਤਰਾਸਦੀ ਹੈ ਕਿ ਜਿਹੜੀ ਆਪੋਜੀਸ਼ਨ ਹੁੰਦੀ ਆ, ਜਿਨ੍ਹਾਂ ਨੂੰ ਆਪਾਂ ਵਿਰੋਧੀ ਧਿਰਾਂ ਦਾ ਰੋਲ ਦਿੰਦੇ ਆ, ਉਹ ਵੀ ਕਿਤੇ ਨਾ ਕਿਤੇ ਜ਼ੋਰਦਾਰ ਢੰਗ ਦੇ ਨਾਲ ਕਿਸੇ ਇੱਕ ਇਸ਼ੂ ਨੂੰ ਫੜ ਕੇ ਕਿਸੇ ਲੌਜੀਕਲ ਕਨਕਲੂਜਨ ਤੱਕ ਨਹੀਂ ਲੈ ਕੇ ਜਾਂਦੇ। ਇੱਕ ਮੁੱਦਾ ਚੱਕਦੇ ਨੇ, ਉਹਨੂੰ ਛੱਡ ਦਿੰਦੇ ਨੇ, ਦੂਜਾ ਚੱਕਦੇ ਨੇ, ਉਹਨੂੰ ਵੀ ਛੱਡ ਦਿੰਦੇ ਨੇ, ਫਿਰ ਤੀਜਾ ਚੱਕਦੇ ਉਹਨੂੰ ਵੀ ਛੱਡ ਦਿੰਦੇ ਨੇ। ਜਸਟ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਜਿੱਦਾਂ ਕਹਿੰਦੇ ਕਿ ਬਰਾਉਨੀ ਪੁਆਇੰਟ ਸਕੋਰ ਕਰਨ ਦੀ ਪੋਲਿਟਿਕਸ ਚੱਲ ਰਹੀ, ਯਾਨੀ ਕਿ ਨੰਬਰ ਬਣਾਉਣ ਦੀ ਰਾਜਨੀਤੀ ਚੱਲ ਰਹੀ ਹੈ। ਹਾਂ, ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਉਹ ਮੈਨੂੰ ਸਮਝ ਆਉਂਦੀ ਆ, ਉਹ ਬਹੁਤਾ ਡਟ ਕੇ ਕਿਸੇ ਵੀ ਇਸ਼ੂ ਦੇ ਉੱਤੇ ਵਿਰੋਧ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਹਰ ਗੱਲ ਵਿੱਚ ਚੋਰ ਤੇ ਕਾਣੇ ਨੇ। ਚਾਹੇ ਉਹ ਡਰੱਗਸ ਦੀ ਗੱਲ ਆ, ਚਾਹੇ ਉਹ ਰੇਤ ਮਾਫੀਆ ਦੀ ਗੱਲ ਆ, ਚਾਹੇ ਉਹ ਸ਼ਰਾਬ ਮਾਫੀਆ ਦੀ ਗੱਲ ਆ, ਚਾਹੇ ਉਹ ਟਰਾਂਸਪੋਰਟ ਮਾਫੀਆ ਦੀ ਗੱਲ ਆ, ਚਾਹੇ ਭ੍ਰਿਸ਼ਟਾਚਾਰ ਦੀ ਗੱਲ ਆ, ਕਿਸੇ ਗੱਲ ਵਿੱਚ ਉਹ ਡਟ ਕੇ ਵਿਰੋਧ ਨਹੀਂ ਕਰ ਸਕਦੇ। ਇਸ ਕਰਕੇ ਉਹ ਰਸਮੀ ਵਿਰੋਧ ਕਰਕੇ ਤੇ ਅਗਲਾ ਮੁੱਦਾ ਚੱਕ ਲੈਂਦੇ ਨੇ, ਫਿਰ ਅਗਲਾ ਮੁੱਦਾ ਚੱਕ ਲੈਂਦੇ। ਜਿਹੜੀ ਮੇਨ ਆਪੋਜੀਸ਼ਨ ਪਾਰਟੀ ਸੀ ਆਮ ਆਦਮੀ ਪਾਰਟੀ, ਉਹਨਾਂ ਨੇ ਕਿਸੇ ਇਸ਼ੂ ਤੇ ਰਿਸਰਚ ਕਰਕੇ ਪ੍ਰੋਪਰਲੀ ਉਸ ਨੂੰ ਇੱਕ ਮੁੱਦੇ ਨੂੰ ਜੜੋਂ ਫੜ ਕੇ ਕੰਸਿਸਟੈਂਟਲੀ ਲੜਾਈ ਨਹੀਂ ਦਿੱਤੀ। ਮਤਲਬ ਇੱਕ ਇਸ਼ੂ ਨੂੰ ਫੜਿਆ, ਜਿੱਦਾਂ ਕੋਈ ਇਹਦੇ 'ਚ ਵਡਿਆਈ ਨਹੀਂ ਗਈ, ਲੇਕਿਨ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਦੋਂ ਅਸੀਂ ਮਾਈਨਿੰਗ ਮਾਫੀਆ ਨੂੰ ਬਕਾਇਦਾ ਫੜਿਆ, ਔਰ ਫਿਰ ਉਹਦੇ ਤੇ 3-4 ਮਹੀਨੇ ਲੜਾਈ ਲੜਨੀ ਪਈ। ਜਦੋਂ ਰਾਣੇ ਗੁਰਜੀਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ 'ਚੋਂ ਕੱਢਿਆ, ਪਹਿਲਾਂ ਤਾਂ ਅਮਰਿੰਦਰ ਸਿੰਘ ਜੀ ਨੇ ਉਸ ਨੂੰ ਬਿਲਕੁਲ ਕਲੀਨ ਚਿੱਟ ਦਿੱਤੀ ਸੀ ਬਗੈਰ ਕਿਸੇ ਗੱਲ ਤੋਂ। ਅਲਟੀਮੇਟਲੀ ਜਦੋਂ ਅਸੀਂ ਕੰਸਿਸਟੈਂਟਲੀ ਲੜਾਈ ਲੜਦੇ ਰਹੇ, ਰੋਜ਼ ਤਕਰੀਬਨ ਨਵੇਂ ਤੱਥ ਪੇਸ਼ ਕਰਦੇ ਰਹੇ, ਉਹਨਾਂ ਦੀ ਉਹਦੀ ਕੰਪਨੀਆਂ ਦੀ ਸ਼ਮੂਲੀਅਤ, ਉਹਦੇ ਜਿਹੜਾ ਨੇਪਾਲੀ ਸੀ ਜਿਸ ਨੂੰ ਉਹਨੇ ਬੇਨਾਮੀ ਠੇਕਾ ਲੈ ਕੇ ਦਿੱਤਾ ਸੀ ਰੇਤਾਂ ਦੀ ਖੱਡਾਂ ਦਾ, ਉਹ ਕਰਦੇ ਕੈਪਟਨ ਅਮਰਿੰਦਰ ਸਿੰਘ ਨੂੰ ਜਸਟਿਸ ਨਾਰੰਗ ਕਮਿਸ਼ਨ ਬਣਾਉਣਾ ਪਿਆ। ਹਾਲਾਂਕਿ ਫਰਜ਼ੀ ਕਮਿਸ਼ਨ ਸੀਗਾ, ਜੱਜ ਵੀ ਇਹਨਾਂ ਦਾ ਆਪਣਾ ਲਾਇਆ ਸੀਗਾ, ਪਰ ਜਦੋਂ ਉਸਨੇ ਰਿਪੋਰਟ ਦਿੱਤੀ, ਅਸੀਂ ਉਸ ਰਿਪੋਰਟ ਨੂੰ RTI ਦੇ ਅਧੀਨ ਲੈ ਕੇ, ਤੇ ਜਦੋਂ ਮੈਂ ਉਹਦੇ ਪੂਰੇ ਛਾਣਬੀਨ ਕੀਤੀ, ਉਸੇ ਰਿਪੋਰਟ 'ਚ ਬਹੁਤ ਤੱਥ ਮਿਲ ਗਏ ਉਹਦੀ। ਹਾਲਾਂਕਿ ਉਸਨੇ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਰਿਪੋਰਟ ਵਿੱਚ ਜਿਹੜੇ ਕੁਛ ਇਸ ਤਰ੍ਹਾਂ ਦੇ ਅਹਿਮ ਤੱਥ ਸੀ, ਜਿੱਦਾਂ ਮਿਸਾਲ ਦੇ ਤੌਰ ਤੇ ਜਿਹੜਾ ਗੁਰਿੰਦਰ ਪਾਪਾ ਇੱਕ ਠੇਕੇਦਾਰ ਸੀ ਇਰੀਗੇਸ਼ਨ ਡਿਪਾਰਟਮੈਂਟ ਦਾ, ਜਿਹਨੂੰ ਵਿਜੀਲੈਂਸ ਡਿਪਾਰਟਮੈਂਟ ਨੇ 2000 ਕਰੋੜ ਰੁਪਏ ਦੇ ਗਮਨ ਵਿੱਚ ਫੜਿਆ ਸੀ। ਹੁਣ ਪਿੱਛੇ ਤਾਜ਼ਾ 2017 ਦੀ ਚੋਣ ਤੋਂ ਬਾਅਦ ਰਾਣੇ ਗੁਰਜੀਤ ਨੇ ਉਹਦੇ ਕੋਲੋਂ 5 ਕਰੋੜ ਰੁਪਇਆ ਲਿਆ ਹੋਇਆ ਸੀ ਇਨਡਾਇਰੈਕਟਲੀ। ਇਹ ਤੱਥ ਜਿਹੜਾ ਸੀਗਾ ਇਹ ਇੱਦਾਂ ਡੈਮੇਜਿੰਗ ਸੀਗਾ ਕਿ ਉਹ ਸਰਕਾਰ ਲਈ ਬਹੁਤ ਸ਼ਰਮਿੰਦਗੀ ਬਣ ਗਈ। ਅਲਟੀਮੇਟਲੀ ਕਿੱਸਾ ਕੁੱਤਾ, ਮਤਲਬ ਸਭ ਦਾ ਪ੍ਰੈਸ਼ਰ ਪਿਆ, ਇਕੱਲਾ ਮੇਰਾ ਕੋਈ ਕ੍ਰੈਡਿਟ ਨਹੀਂ ਉਹਦੇ ਵਿੱਚ, ਲੇਕਿਨ ਮੀਡੀਆ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਮੀਡੀਆ ਵੀ ਉਦੋਂ ਤੱਕ ਹੀ ਜਾਊਗਾ ਜਦੋਂ ਤੱਕ ਵਿਰੋਧੀ ਧਿਰ ਕੋਈ ਗੱਲ ਉਹਨਾਂ ਨੂੰ ਕੋਈ ਨਵੇਂ ਤੱਥ ਪੇਸ਼ ਕਰੇਗੀ। ਤੁਸੀਂ ਅਗਰ ਤੁਹਾਡੇ ਕੋਲ अगर तुसी रिसर्च करते हो, अगर तुसी गल कोई लियाना चाहते हो, तो फिर मीडिया उसको सपोर्ट कर दिंदा काफ़ी हद तक। ठीक है, मीडिया बायस्ड है, मीडिया सरकार के अधीन है, पर इन्ना भी नहीं गा कि वो तुहाडी गल्लां नूं हाईलाइट ना करे।
ਹੁਣ ਲੇਟੈਸਟ ਇਸ਼ੂ ਜਿਹੜਾ ਉੱਠਿਆ ਜਿਹਦੇ ਤੇ ਮੈਂ ਅੱਜ ਗੱਲ ਕਰਨਾ ਚਾਹੁੰਦਾ ਸੀ, ਉਹ ਹੈਗੀ ਆ ਐਕਸਾਈਜ਼ ਦੀ ਸ਼ਰਾਬ ਦੀ ਠੱਗੀ ਠੋਰੀ ਤੇ ਚੋਰੀ ਤੇ ਸਮਗਲਿੰਗ ਤੇ ਨੰਬਰ 2 ਦੀ ਸ਼ਰਾਬ। ਹੁਣ ਜਿਹੜੇ ਸਰਕਾਰ ਨੇ ਆંકੜੇ ਪੇਸ਼ ਕੀਤੇ ਆ, ਮੇਰੇ ਕੋਲ ਟ੍ਰਿਬਿਊਨ ਦੀਆਂ ਰਿਪੋਰਟਸ ਆ, ਮਤਲਬ ਜਿਹੜੀਆਂ ਇੰਪੋਰਟੈਂਟ 2 ਰਿਪੋਰਟਸ ਮੈਂ ਅੱਜ ਉਹਨਾਂ ਤੋਂ ਕੋਟ ਕਰਨਾ ਚਾਹੁੰਦਾ, ਆਪਣੇ ਕੋਲੋਂ ਕੋਟ ਨਹੀਂ ਕਰ ਰਿਹਾ। ਗਵਰਨਮੈਂਟ ਦੇ ਆਪਣੇ ਫਿਗਰਸ ਆંકੜੇ ਕੀ ਕੋਟ ਕਰਦੇ ਨੇ, ਉਹ ਕਹਿੰਦੇ ਜਿਹੜਾ 2017-18 ਦਾ ਸਾਡਾ ਸਾਲ ਲੰਘਿਆ, ਵਿੱਤੀ ਸਾਲ, ਉਹਦੇ 'ਚ ਪਹਿਲਾਂ ਇਹਨਾਂ ਨੂੰ ਘਾਟਾ ਪਿਆ 286 ਕਰੋੜ ਰੁਪਈਆ ਇੱਕ ਸਾਲ ਵਿੱਚ ਘਟਿਆ ਸ਼ਰਾਬ ਦੀ ਆਮਦਨ ਦਾ ਸਰਕਾਰੀ ਖਜ਼ਾਨੇ ਵਿੱਚ। ਜਦੋਂ ਇਹਨਾਂ ਨੇ ਕੋਈ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ, ਸਰਕਾਰ ਨੇ ਕੋਈ ਮਾਫੀਆ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਫਿਰ 2018-19 ਦੇ ਵਿੱਚ ਇੱਕ ਜਿਹੜਾ ਰੈਵਨਿਊ ਲਾਸ ਸੀ ਐਕਸਾਈਜ਼ ਦਾ, ਇਹ ਵੱਧ ਕੇ ਤੇ 927 ਕਰੋੜ ਰੁਪਇਆ ਹੋ ਗਿਆ। ਫਿਰ ਵੀ ਸਰਕਾਰ ਨਹੀਂ ਜਾਗੀ, ਤੇ ਹੁਣ ਪਿਛਲੇ 11 ਮਹੀਨਾ ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ 2019-20, ਇਸ ਵਿੱਤੀ ਸਾਲ ਦੇ ਵਿੱਚ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਈਆ ਐਕਸਾਈਜ਼ ਦੀ ਰੈਵਨਿਊ ਦਾ ਲਾਸ ਹੋਇਆ। ਮਤਲਬ ਲਗਭਗ 2000 ਕਰੋੜ ਰੁਪਈਆ ਇੱਕ ਸਾਲ ਵਿੱਚ ਇੱਕ ਡਿਪਾਰਟਮੈਂਟ ਚੋਂ, ਜਿਹੜੀ ਕਿ ਐਕਸਾਈਜ਼ ਐਂਡ ਟੈਕਸੇਸ਼ਨ ਆ, ਜਿਹਦੇ ਕਿ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਆ, ਉਸ ਡਿਪਾਰਟਮੈਂਟ ਚੋਂ ਲਗਭਗ 2000 ਕਰੋੜ ਰੁਪਏ ਦੀ ਚੋਰੀ ਇੱਕ ਸਾਲ ਵਿੱਚ। ਇਹ ਤਾਂ ਸਿਰਫ ਉਹ ਆંકੜੇ ਆ ਜਿਹੜੇ ਗਵਰਨਮੈਂਟ ਆਪ ਐਡਮਿਟ ਕਰ ਰਹੀ ਆ। ਜਿਹੜੀ ਬਾਕੀ ਪਿਲਫਰੇਜ ਹੋ ਰਹੀ ਆ, 2 ਨੰਬਰ ਦਾ ਰੀਟੇਲ ਵਿੱਚ ਠੱਗੀ ਠੋਰੀ ਹੋ ਰਹੀ ਆ, ਉਹਦਾ ਤਾਂ ਮੇਰਾ ਖਿਆਲ ਕੋਈ ਹਿਸਾਬ ਨਹੀਂ ਗਾ। ਫਿਰ ਜਦੋਂ ਬਹੁਤ ਸ਼ੋਰ ਮਚਿਆ, ਜਿਹਦੇ 'ਚ ਇੰਪੋਰਟੈਂਟ ਗੱਲ ਕੋਟ ਕਰਨ ਵਾਲੀ ਆ ਕਿ ਸ਼ਰਾਬ ਦੇ ਇਸ ਰੈਵਨਿਊ ਲਾਸ ਨੂੰ ਇੰਨਾ ਵੱਡਾ ਸ਼ੋਰ ਮਚਿਆ ਕਿ ਇੱਕ ਕੈਬਨਿਟ ਮੀਟਿੰਗ ਕੈਪਟਨ ਸਾਹਿਬ ਨੇ ਸਿਰਫ ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਸੱਦੀ। ਉਸ ਮੀਟਿੰਗ ਵਿੱਚ ਤੁਹਾਨੂੰ ਪਤਾ ਝਗੜਾ ਹੋ ਗਿਆ ਚੀਫ ਸੈਕਟਰੀ ਦੇ ਨਾਲ। ਫਿਰ ਤਕਰੀਬਨ 3 ਹਫ਼ਤੇ ਜਿਹੜੇ ਮਿਨਿਸਟਰ ਸੀਗੇ ਉਹ ਕਹਿੰਦੇ ਜੀ ਅਸੀਂ ਤਾਂ ਕੈਬਨਿਟ ਮੀਟਿੰਗ ਵਿੱਚ ਆਉਣਾ ਹੀ ਨਹੀਂਗਾ ਜਿੰਨੀ ਦੇਰ ਤੱਕ ਇਹ ਚੀਫ ਸੈਕਟਰੀ ਇਸ ਕੈਬਨਿਟ ਦੇ ਵਿੱਚ ਹਿੱਸਾ ਲਵੇਗਾ, ਔਰ ਉਹਨਾਂ ਨੇ ਬਾਇਕਾਟ ਕਰਤਾ। ਫਿਰ ਇਮੀਡੀਏਟਲੀ ਉਹਨਾਂ ਦਿਨਾਂ ਵਿੱਚ ਜਦੋਂ ਮਿਨਿਸਟਰ ਨੇ ਬਾਇਕਾਟ ਕੀਤਾ, ਅਗਲੇ ਦਿਨ ਹੀ ਰਾਜਾ ਵੜਿੰਗ ਨੇ ਟਵੀਟ ਕੀਤਾ, ਟਵੀਟ ਕਿ ਜਿਹੜਾ ਚੀਫ ਸੈਕਟਰੀ ਆ, ਇਸ ਦੇ ਬੇਟੇ ਨੇ ਜਿਹੜੀ ਜਗਤਜੀਤ ਇੰਡਸਟਰੀਜ਼ ਆ ਹਮੀਰਾ ਕਪੂਰਥਲੇ ਵਿੱਚ, ਇਹਨੇ ਬੇਨਾਮੀ ਉਹਦੇ ਵਿੱਚ ਹਿੱਸਾ ਪਾ ਕੇ ਤੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣ ਲੱਗਿਆ। ਮਤਲਬ ਚੀਫ ਸੈਕਟਰੀ ਦੇ ਸਿੱਧੇ ਇਲਜ਼ਾਮ ਲਾਤੇ। ਮਗਰ ਹੀ ਫਿਰ 12 ਕਾਂਗਰਸ ਦੇ ਐਮਐਲਏਜ਼ ਨੇ ਕਿਹਾ ਕਿ ਜਿਹੜੀ ਕੌਨਫਲਿਕਟ ਆਫ ਇੰਟਰਸਟ ਹੈ, ਕਿਉਂਕਿ ਜਿਹੜਾ ਚੀਫ ਸੈਕਟਰੀ ਪੰਜਾਬ ਦਾ ਸੀ ਉਹ ਫਾਈਨੈਂਸ਼ੀਅਲ ਕਮਿਸ਼ਨਰ ਸੀ ਐਕਸਾਈਜ਼ ਐਂਡ ਟੈਕਸੇਸ਼ਨ ਦਾ, ਯਾਨੀ ਕਿ ਸ਼ਰਾਬ ਦਾ ਡਿਪਾਰਟਮੈਂਟ ਇਸੇ ਚੀਫ ਸੈਕਟਰੀ ਦੇ ਅਧੀਨ ਸੀਗਾ। ਫਿਰ 12 ਕਾਂਗਰਸ ਐਮਐਲਏਜ਼ ਨੇ ਬੜੇ ਗੰਭੀਰ ਇਲਜ਼ਾਮ ਲਾਏ ਕਿ ਇਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ, ਕਿਉਂਕਿ ਏਡੀ ਵੱਡੀ ਲੁੱਟ ਹੋ ਰਹੀ ਹੈ ਔਰ ਚੀਫ ਸੈਕਟਰੀ ਆਪ ਹੀ ਉਹਦੇ 'ਚ ਇਨਵੋਲਵਡ ਹੈ। ਤੇ ਚੀਫ ਸੈਕਟਰੀ ਜਿਹੜੇ ਡਿਪਾਰਟਮੈਂਟ ਦੇ ਫਾਈਨੈਂਸ਼ੀਅਲ ਕਮਿਸ਼ਨਰ ਸੀਗੇ, ਉਹਨਾਂ ਦਾ ਮਿਨਿਸਟਰ ਵੀ ਕੈਪਟਨ ਅਮਰਿੰਦਰ ਸਿੰਘ ਬਤੌਰ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ। ਖੱਪ ਪੈਂਦੀ ਰਹੀ, 2-3 ਹਫ਼ਤੇ ਰੇੜਕਾ ਚੱਲਦਾ ਰਿਹਾ। ਐਂਡ ਨਤੀਜਾ ਇਹ ਹੋਇਆ ਕਿ ਮਿਨਿਸਟਰਸ ਨੇ ਸਿਰਫ ਇੱਕ ਮਾਫੀ ਕਬੂਲ ਕੇ ਉਸ ਚੀਫ ਸੈਕਟਰੀ ਦੀ, ਉਹਨਾਂ ਨੇ ਕਿਹਾ ਜੀ ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ। 3 ਵਾਰੀ ਕਹਿੰਦੇ ਨੇ, ਮਨਪ੍ਰੀਤ ਸਿੰਘ ਬਾਦਲ ਦਾ ਮੈਂ ਬਿਆਨ ਸੁਣਿਆ ਕਿ 3 ਵਾਰ ਉਸਨੇ ਮਾਫੀ ਮੰਗੀ ਤੇ ਮਿਨਿਸਟਰ ਸਾਹਿਬ ਨੇ ਕਹਿ ਦਿੱਤਾ ਚੰਗਾ ਜੀ ਕੋਈ ਗੱਲ ਨਹੀਂ, ਠੀਕ ਹੈ। ਤੇ ਮੁੜ ਕੇ ਨਾ ਹੀ 12 ਕਾਂਗਰਸ ਦੇ ਐਮਐਲਏਜ਼ ਬੋਲੇ, ਨਾ ਹੀ ਰਾਜਾ ਵੜਿੰਗ, ਉਹਦਾ ਤਾਂ ਬਹੁਤ ਕੁਝ ਹੋਰ ਕਈ ਤਰ੍ਹਾਂ ਦੇ ਬਿਆਨ ਦਿੰਦਾ ਰਾਜਾ, ਨਾ ਮੁੜ ਕੇ ਰਾਜਾ ਵੜਿੰਗ ਬੋਲਿਆ। ਕਿਉਂ? ਕੀ ਇਹ ਸਿਰਫ ਹਉਮੈ ਦੀ ਲੜਾਈ ਸੀਗੀ ਕਿ ਮਿਨਿਸਟਰਸ ਦੀ ਹਉਮੈ ਨੂੰ ਪੱਠੇ ਪਾਤੇ, ਉਹਨਾਂ ਨੇ ਮਾਫੀ ਮੰਗ ਲਈ ਚੀਫ ਸੈਕਟਰੀ ਨੇ ਤੇ ਮਸਲਾ ਖਤਮ ਹੋ ਗਿਆ? ਤੇ ਜਿਹੜੇ 12 ਐਮਐਲਏਜ਼ ਨੇ ਸੀਬੀਆਈ ਦੀ ਜਾਂਚ ਮੰਗੀ ਸੀਗੀ, ਕੀ ਉਹਨਾਂ ਨੂੰ ਕੋਈ ਹਿੱਸਾ ਜਾਂ ਪੱਤੀ ਮਿਲ ਗਈ ਜਿਹੜੇ ਚੁੱਪ ਕਰ ਗਏ ਨੇ? ਇਹ ਲੜਾਈ ਹਉਮੈ ਦੀ ਨਹੀਂ ਗਈ, ਇਹ ਲੜਾਈ ਕਿਸੇ ਮਿਨਿਸਟਰ ਬਨਾਮ ਚੀਫ ਸੈਕਟਰੀ, ਕਾਂਗਰਸ ਐਮਐਲਏਜ਼ ਬਨਾਮ ਚੀਫ ਸੈਕਟਰੀ ਨਹੀਂ ਗਈ। ਇਹ ਲੜਾਈ ਹੈ ਪੰਜਾਬ ਦੇ ਲੋਕਾਂ ਦੀ ਹੋ ਰਹੀ ਲੁੱਟ, ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਦੀ ਲੜਾਈ ਹੈ ਇਹ। ਔਰ ਮੈਂ ਜਿੱਦਾਂ ਕਹਿ ਰਿਹਾ ਸੀਗਾ ਕਿ 2000 ਕਰੋੜ ਰੁਪਏ ਇੱਕ ਸਾਲ ਵਿੱਚ ਇੱਕ ਡਿਪਾਰਟਮੈਂਟ, ਤਾਂ ਫਿਰ ਕਿੰਨੇ ਡਿਪਾਰਟਮੈਂਟਸ ਨੇ ਪੰਜਾਬ ਦੇ? ਟਰਾਂਸਪੋਰਟ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਇੰਡਸਟਰੀਜ਼ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, PWD ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਹੀ ਡਿਪਾਰਟਮੈਂਟ। ਐਵੇਂ ਤਾਂ ਨਹੀਂ ਕਰਜ਼ਾ ਚੜ ਗਿਆ ਸਾਡੇ ਤੇ 2.5 ਲੱਖ ਕਰੋੜ ਦਾ, ਔਰ 35 ਸਾਲਾਂ 'ਚ ਚੜਿਆ। ਮੈਂ ਫਿਰ ਰੀਇਟਰੇਟ ਕਰਦਾ, 1985 ਤੱਕ ਪੰਜਾਬ ਦੇ ਖਜ਼ਾਨੇ ਦੇ ਉੱਤੇ ਕੋਈ ਕਰਜ਼ਾ ਨਹੀਂ ਸੀਗਾ। ਪੰਜਾਬ ਰੈਵਨਿਊ ਸਰਪਲਸ ਸਟੇਟ ਸੀ। 35 ਸਾਲਾਂ ਵਿੱਚ ਇਹਨਾਂ ਦੀ ਬਦੌਲਤ ਵਾਰੋ ਵਾਰੀ ਸਰਕਾਰਾਂ ਬਣਾ ਕੇ ਇਹਨਾਂ ਨੇ ਅੱਜ ਸਾਡੇ ਪੰਜਾਬ ਨੂੰ 2.5 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ। ਔਰ ਜਦੋਂ 2.5 ਲੱਖ ਕਰੋੜ ਦਾ ਕਰਜ਼ਾ ਚੜ੍ਹਦਾ, ਮੈਂ ਕਈ ਵਾਰ ਸਾਥੀਆਂ ਦੀ ਫਿਗਰਸ ਦੇਣੀਆਂ ਪੈਂਦੀਆਂ, ਬਹੁਤ ਆਪ ਕੰਪਲੀਕੇਟਡ ਗੱਲਾਂ ਕਰਾਂਗੇ ਤਾਂ ਸਭ ਦੀ ਸਮਝ ਨਹੀਂ ਆਉਂਦਾ। ਇਹਦਾ ਇਕੱਲਾ ਵਿਆਜ ਜਿਹੜਾ ਉਹ 20,000 ਕਰੋੜ ਰੁਪਇਆ ਅਸੀਂ ਵਿਆਜ ਭਰ ਰਹੇ ਇੱਕ ਸਾਲ ਦਾ, ਇਹਨਾਂ ਦੀ ਨਲਾਇਕੀ ਕਰਕੇ, ਇਹਨਾਂ ਦੀ ਲੁੱਟ ਦੇ ਕਰਕੇ। ਤੇ ਜਦੋਂ 20,000 ਕਰੋੜ ਰੁਪਇਆ
ਕੱਲਾ ਇੰਟਰਸਟ ਪੇਮੈਂਟ 'ਤੇ ਜਾਊਗਾ ਤੇ ਫਿਰ ਸਕੂਲ ਕਿੱਥੋਂ ਬਣ ਜਾਣਗੇ, ਫਿਰ ਹਸਪੀਟਲ ਕਿੱਥੋਂ ਬਣ ਜਾਣਗੇ, ਫਿਰ ਸਾਡੇ ਬੱਚਿਆਂ ਨੂੰ ਜੌਬਸ ਕਿੱਥੋਂ ਮਿਲ ਜਾਣਗੇ, ਪਿੰਡਾਂ 'ਚ ਸੜਕਾਂ ਕਿੱਦਾਂ ਬਣ ਜਾਣਗੀਆਂ, ਪਿੰਡਾਂ 'ਚ ਵੈਟਰਨਰੀ ਹਸਪੀਟਲ ਕਿੱਥੋਂ ਬਣ ਜਾਣਗੇ। ਜਿਹੜੇ ਕੁਝ ਸਾਡੇ ਸੱਜਣ ਕਹਿੰਦੇ ਕਿ ਅਸੀਂ ਦਿੱਲੀ ਦਾ ਮਾਡਲ ਲਾਗੂ ਕਰ ਦਾਂਗੇ, ਨਹੀਂ ਹੋ ਸਕਦਾ। ਦਿੱਲੀ ਇੱਕ ਸ਼ਹਿਰ ਦੀ ਸਟੇਟ ਹੈ, ਰੈਵਨਿਊ ਸਰਪਲਸ ਸਟੇਟ ਸੀਗੀ, ਉਹਦੇ ਕੋਲ ਕੋਈ ਰਕਬਾ ਨਹੀਂਗਾ, ਉਹਦੇ ਕੋਲ 7 ਸਟਾਰ ਹੋਟਲ ਦੀ ਆਮਦਨ, 에ਅਰਪੋਰਟ ਦੀ GST ਦੀ ਆਮਦਨ, ਹਾਲਾਂਕਿ ਹੁਣ ਉਹ ਵੀ ਫਸੇ ਹੋਏ ਨੇ। ਪਰ ਪੰਜਾਬ ਜਿਹੜਾ ਵਾ ਇਹਦੇ ਕੋਲ ਜੇ 20,000 ਕਰੋੜ ਰੁਪਇਆ ਸਾਲ ਦਾ ਅਸੀਂ ਇੰਟਰਸਟ ਪੇਮੈਂਟ ਵਿੱਚ ਦੇ ਦੇਣਾ ਕਰਜ਼ੇ ਦੀ ਅਦਾਇਗੀ ਦੇ ਵਿੱਚ, ਤੇ ਫਿਰ ਸਕੋਪ ਹੀ ਨਹੀਂਗਾ ਕਿਸੇ ਤਰ੍ਹਾਂ ਦੀ ਜਿਹੜੀ ਮੀਨਿੰਗਫੁਲ ਡਿਵੈਲਪਮੈਂਟ ਦਾ। ਇਹਦੇ ਨਾਲ ਹੀ ਕਨੈਕਟਡ ਹੋਰ ਇੱਕ ਦੂਜੀ ਰਿਪੋਰਟ ਸੀਗੀ, ਇਹ ਵੀ ਮੈਂ ਟ੍ਰਿਬਿਊਨ ਰਿਪੋਰਟ ਕੋਟ ਕਰ ਰਿਹਾ। ਜਦੋਂ ਖੱਪ ਪਈ ਨਾ ਤੇ ਮੀਡੀਆ ਨੇ ਵੀ ਰੌਲਾ ਪਾਤਾ ਕਿ ਐਕਸਾਈਜ਼ ਦੀ ਬਹੁਤ ਚੋਰੀ ਹੋ ਰਹੀ ਆ, ਠੱਗੀ ਚੋਰੀ ਹੋ ਰਹੀ ਆ, ਬਹੁਤ ਜ਼ਿਆਦਾ ਇਹਦੇ ਵਿੱਚ ਹੋ ਰਹੀ ਆ, ਤੇ ਕੈਪਟਨ ਸਾਹਿਬ ਨੇ ਫਿਰ ਆਪਣੇ ਡਿਪਾਰਟਮੈਂਟ ਨੂੰ ਕਿਹਾ ਕਿ ਸ਼ਿਕੰਜਾ ਕੱਸੋ। ਹੁਣ ਸ਼ਿਕੰਜਾ ਕੱਸਣ ਦੇ ਨਾਲ ਦੋ ਖਬਰਾਂ ਇੰਪੋਰਟੈਂਟ ਤੁਹਾਨੂੰ ਕਰ ਦਿੰਦਾ। ਅੱਜ ਦੀ ਲੇਟੈਸਟ ਟ੍ਰਿਬਿਊਨ ਦੇ ਵਿੱਚ ਆਇਆ ਵਾ ਕਿ ਜਿਹੜੀ ਕੀੜੀ ਅਫਗਾਨਾ ਵਿਖੇ ਗੁਰਦਾਸਪੁਰ ਦੇ ਵਿੱਚ ਪੌਂਟੀ ਚੱਡੇ ਦੇ ਪਰਿਵਾਰ ਦੀ, ਮੈਨੂੰ ਨਹੀਂ ਪਤਾ ਕਿਹਨਾਂ ਦੀ ਅੱਗੇ ਸਬਸੀਕੁਐਂਟਲੀ, ਉਹਨਾਂ ਦੇ ਪਰਿਵਾਰ ਦੀ ਜਿਹੜੀ ਡਿਸਟਿਲਰੀ ਆ ਉਹਦੇ ਚੋਂ 2 ਟਰੱਕ ਲੋਡ ਪੂਰੇ ਭਰੇ ਹੋਏ 1400 ਸ਼ਰਾਬ ਦੇ ਡੱਬਿਆਂ ਦੇ ਟਰੱਕ ਲੋਡ ਸੀਗੇ ਜਿਹੜੇ, ਉਹ ਇਸ ਮਿਲ ਦੇ ਵਿੱਚੋਂ ਗੈਰ ਕਾਨੂੰਨੀ ਫੜੇ ਗਏ। ਜਿਹੜੀ ਹੁੰਦੀ ਆ ਆਪਣੀ ਪੰਜਾਬ ਮੇਡ ਲਿਕਰ, ਇਹਨੂੰ ਬਹਾਨੇ ਨਾਲ ਕਦੀ ਅਰੁਣਾਚਲ ਦਾ ਫੇਕ ਪਾਸ ਦਿਖਾਉਂਦੇ ਨੇ, ਕਦੀ ਛੱਤੀਸਗੜ੍ਹ ਦਾ ਫੇਕ ਪਾਸ ਦਿਖਾ ਕੇ ਤੇ ਇਹ ਸ਼ਰਾਬ ਨੂੰ ਉਹ ਬਾਹਰ ਡਿਸਟਿਲਰੀ ਚੋਂ ਐਕਸਾਈਜ਼ ਦੀ ਚੋਰੀ ਕਰਕੇ ਸਮਗਲ ਕਰਕੇ ਭੇਜਦੇ ਨੇ। ਤੇ ਸਰਕਾਰ ਨੇ ਜਿਹੜਾ FIR ਦਰਜ ਕੀਤੀ ਆ ਉਹ ਅਨਨੋਨ ਬੰਦੇ, ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਕੀਤੀ। ਮਤਲਬ ਦੋ ਟਰੱਕ ਸ਼ਰਾਬ ਦੇ 1400 ਪੇਟੀ ਫੜੀ ਗਈ ਆ। ਪਰ ਪਰਚਾ ਜਿਹੜਾ ਹੋਇਆ ਵਾ 22 ਮਈ ਨੂੰ ਜਿਹੜੇ 15 ਡਿਸਟਿਲਰੀਆਂ ਦੇ ਉੱਤੇ, ਤੇ ਮੈਂ ਆਪਣੇ ਕੋਲੋਂ ਵੀਰੋ ਕੁਛ ਨਹੀਂ ਕਹਿ ਰਿਹਾ, ਸਾਰੀ ਡਿਟੇਲਸ ਰਿਪੋਰਟ ਅਖਬਾਰ ਦੀ। ਇਸੇ 22 ਮਈ ਨੂੰ ਜਦੋਂ ਖੱਪ ਵੱਧ ਗਈ ਬਹੁਤ ਜ਼ਿਆਦਾ, 22 ਮਈ ਨੂੰ ਜਿਹੜੀਆਂ ਪੰਜਾਬ ਦੇ ਵਿੱਚ 15 ਡਿਸਟਿਲਰੀਆਂ ਨੇ, ਜਿੱਦਾਂ ਮੈਂ ਪੌਂਟੀ ਚੱਡੇ ਦੀ ਕਹੀ, ਇੱਦਾਂ ਰਾਣੀ ਗੁਰਜੀਤ ਦੀ ਆ, ਇਸੇ ਤਰ੍ਹਾਂ ਹੀ DP ਯਾਦਵ UP ਵਾਲੇ ਦੀ ਆ, ਸ਼ਾਇਦ ਓਸਵਾਲ ਪਰਿਵਾਰ ਦੀ ਵੀ ਹੈ, ਅਤੇ ਹੋਰਨਾਂ ਲੋਕਾਂ ਦੀ ਵੀ, ਸ਼ਾਇਦ ਮੇਰੇ ਖਿਆਲ ਦੀਪ ਮਲਹੋਤਰਾ ਸਾਬਕਾ MLA ਅਕਾਲੀ ਦਲ ਦਾ, ਉਹਦੀ ਵੀ ਹੈ। ਇਹਨਾਂ ਨੇ ਕਿਹਾ ਜੀ 22 ਮਈ ਨੂੰ ਜਦੋਂ ਇਹਨਾਂ 15 ਡਿਸਟਿਲਰੀਆਂ ਦੇ ਉੱਤੇ ਰੇਡ ਕੀਤਾ ਗਿਆ ਤੇ 22,262 ਪੇਟੀਆਂ ਜਿਹੜੀਆਂ ਸੀਗੀਆਂ ਉਹ ਪੰਜਾਬ ਮੇਡ ਲਿਕਰ, ਜਿਹੜੀ ਕਿ ਨੰਬਰ 2 ਵਿੱਚ ਵਿਕਰੀ ਸੀਗੀ, ਉਹ ਇਹਨਾਂ ਡਿਸਟਿਲਰੀਆਂ ਦੇ ਵਿੱਚੋਂ ਪਾਈ ਗਈ। 22,262 ਪੇਟੀਆਂ ਸ਼ਰਾਬ ਰਿਕਵਰ ਕੀਤੀ ਡਿਪਾਰਟਮੈਂਟ ਨੇ, ਜਿਹਦੇ ਤੇ ਲੇਬਲ ਗਲਤ ਲਾਏ ਹੋਏ ਸੀਗੇ ਕਿ ਅਸੀਂ ਛੱਤੀਸਗੜ੍ਹ ਵਿੱਚ ਵੇਚਣੀ ਆ, ਅਸੀਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੇਚਣੀ ਆ। ਤੇ ਕੈਪਟਨ ਸਾਹਿਬ ਨੇ 100 ਦੇ ਕਰੀਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰਸ ਤੇ ਇੰਸਪੈਕਟਰਸ ਨੂੰ ਦਾ ਤਬਾਦਲਾ ਕਰਤਾ। ਪਰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਸ਼ਰਾਬ ਫੜੀ ਗਈ ਡਿਸਟਿਲਰੀਆਂ ਮਾਲਕਾਂ ਦੇ ਕੋਲੋਂ, ਜਿਹੜੇ ਕਿ ਟਰੱਕਾਂ ਦੇ ਟਰੱਕ ਵੇਚਦੇ ਨੇ, ਇਹਨਾਂ ਤੇ ਕਾਰਵਾਈ ਕੀ ਕੀਤੀ ਆ? ਕਿਸੇ ਤੇ ਕੋਈ FIR ਦਰਜ, ਕੋਈ ਕ੍ਰਿਮੀਨਲ ਪ੍ਰੋਸੀਡਿੰਗਸ, ਕੋਈ ਰਿਕਵਰੀ ਦਾ ਯਤਨ? ਕਿ ਆਪਾਂ ਇਹ ਅਕਸਰ ਸਾਡਾ ਪੈਸਾ ਇਹਨਾਂ ਲੁੱਟ ਕੇ ਆਪਣੀ ਜੇਬਾਂ 'ਚ ਪਾਈ ਜਾਂਦੇ ਨੇ, ਉਹ ਪੈਸਾ, ਇਹਦਾ ਮਤਲਬ ਆਪਾਂ ਉਹਨਾਂ ਨੂੰ ਇੱਕ ਸਰਚ ਆਪਰੇਸ਼ਨ ਕਰਕੇ, ਇੱਕ ਰੇਡ ਮਾਰ ਕੇ ਉਹਨਾਂ ਨੂੰ ਕਹਿਤਾ ਕਿ ਜਿਹੜੀ ਮਗਰਲੀ ਲੁੱਟ ਲਈ ਸੀ ਉਹ ਤੁਹਾਡੀ ਹੋ ਗਈ ਤੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਨਹੀਂ ਲੁੱਟਣ ਦਿਆਂਗੇ, ਹਾਲਾਂਕਿ ਲੁੱਟੀ ਹਲੇ ਵੀ ਜਾਂਦੇ। ਇੱਕ ਰਿਪੋਰਟ ਹੋਰ ਕੋਟ ਕਰ ਦਿੰਦਾ ਮੈਂ, ਇਸੇ ਸਖਤੀ ਦੇ ਵਿੱਚ ਆਹ ਹੈਡਲਾਈਨ ਤੁਸੀਂ ਥੋੜਾ ਨੇੜੇ ਹੋ ਕੇ ਦੇਖ ਲਓ, ਮੈਂ ਤੁਹਾਨੂੰ ਪੜ੍ਹ ਦੇਣਾ ਮੋਟੇ ਤੌਰ ਤੇ। ਇਹ ਜਦੋਂ ਇਹੀ ਸਖਤੀ ਕੀਤੀ, ਕਹਿੰਦੇ 3 ਦਿਨਾਂ ਵਿੱਚ 50 ਮੁਕੱਦਮੇ ਦਰਜ ਕੀਤੇ, ਸਿਰਫ ਜਿਹੜੇ ਸ਼ਰਾਬ ਵਾਲੇ ਬੇਲੇਬਲ ਜਿਹੇ ਮੁਕੱਦਮੇ ਦਰਜ ਕਰਦੀ, ਨਰਮ ਜਿਹੇ ਅਣਪਛਾਤੇ ਬੰਦਿਆਂ ਦੇ ਖਿਲਾਫ ਸਰਕਾਰ। 50 ਮੁਕੱਦਮੇ ਇੱਕ ਜ਼ਿਲ੍ਹੇ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਤੇ ਪੰਜਾਬ ਪੁਲਿਸ ਵੱਲੋਂ, ਲਓ ਜੀ 3 ਦਿਨਾਂ ਦੇ ਵਿੱਚ ਇਸ ਆਪਰੇਸ਼ਨ ਨੂੰ ਵੀ ਨਾਮ ਦਿੱਤਾ ਪੰਜਾਬ ਸਰਕਾਰ, ਕੈਪਟਨ ਸਾਹਿਬ ਉਹਨਾਂ ਨੇ, ਆਪਰੇਸ਼ਨ ਰੈੱਡ ਰੋਜ਼। 3 ਦਿਨਾਂ ਵਿੱਚ 50 ਮੁਕੱਦਮੇ ਜਦੋਂ ਦਰਜ ਕੀਤੇ ਤੇ 3.5 ਲੱਖ ਲੀਟਰ 3.5 ਲੱਖ ਲੀਟਰਸ ਇਨਲੈਜਿਟਿਮੇਟ ਗੈਰ ਕਾਨੂੰਨੀ ਸ਼ਰਾਬ ਉਹ ਫੜੀ ਗਈ। 3.5 ਲੱਖ ਲੀਟਰ ਮਹਿਜ਼ 3 ਦਿਨਾਂ ਦੇ ਛਾਪਿਆਂ ਵਿੱਚ। ਤੇ 3 ਦਿਨਾਂ ਵਿੱਚ ਜਦੋਂ ਥੋੜੀ ਜਿਹੀ ਸਖਤੀ ਕੀਤੀ ਸਰਕਾਰ ਨੇ ਤੇ 50 ਮੁਕੱਦਮੇ ਦਰਜ ਕੀਤੇ ਇੱਕ ਜ਼ਿਲ੍ਹੇ ਦੇ ਵਿੱਚ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 3 ਦਿਨਾਂ ਵਿੱਚ 3.5 ਲੱਖ ਲੀਟਰ ਸ਼ਰਾਬ ਜੇ ਫੜੀ ਜਾਂਦੀ ਹੈ ਤੇ 3 ਸਾਲ ਜਿਹੜੇ ਲੰਘ ਗਏ ਨੇ ਕੈਪਟਨ ਸਾਹਿਬ ਦੀ ਸਰਕਾਰ ਵਿੱਚ, ਜਿਹਦੇ 'ਚ ਸੁੱਤੇ ਪਏ ਸੀਗੇ, ਜਿਹਦੇ ਕਰਕੇ ਸਾਡੀ ਐਕਸਾਈਜ਼ ਦੀ ਆਮਦਨ ਘਟਦੀ ਇੰਨੀ ਘਟ ਗਈ ਕਿ ਹੁਣ 1 ਸਾਲ ਵਿੱਚ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਏ ਦੀ ਐਕਸਾਈਜ਼ ਰੈਵਨਿਊ ਲਾਸ ਹੋਇਆ ਪੰਜਾਬ ਨੂੰ।
है कोई वाली वारस इस स्टेट का? है कोई इस इशू के उत्ते कला? बिकॉज अल्टीमेटली ये एक मेरे हिसाब के नाल करप्शन का जिदा कहते होंगे कि इट्स टिप ऑफ द आइसबर्ग, टिप ऑफ द आइसबर्ग। बहुत मामूली जा ये जी आ रहा ना, ये चोरी का मामला, एक्साइज की चोरी का मामला, ये जिदा समुद्र के विच वड्डे ग्लेशियर बर्फ जमी होंगी, वह एक छोटा जिहा एक हिस्सा वा, उन्होंने टिप ऑफ द आइसबर्ग कहते हैं। कोई है पुछ-गिछ करने वाला कि जी 3 सालों के एडे वड्डे पद्धर से जी हज़ारों करोड़ों रुपए की साड़ी लुट हो गई आ, कोई इन्हां दी रिस्पॉन्सिबिलिटी फिक्स करूगा? कोई इन्हां दे उत्ते क्रिमिनल केसेस दायर करके ये पैसा रिकवर करने की कोई कोशिश करूगा? कि आपां इन्हां नूं कहता कि चंगा जिहड़ा मगरला लुट लिया, हुण थोड़ा गौर नाल लुटियो, क्योंकि मैं एक्साइज एंड टैक्सेशन मिनिस्टर हाँ, मैं चीफ मिनिस्टर भी हाँ, हुण मेरे उत्ते सीधियां उंगलियां उठणियां लग गईयां, अखबारां वाले भी छापण लग गए, प्रिंट मीडिया भी मगर पै गया। इसलिए हुण तुसीं जिहड़ा मगरला लुट लिया है कि लुट लिया, हुण मैं तुहानूं गांह तो नहीं लुटण दूंगा, या थोड़ा लुटियो जिहदे नाल मेरी बदनामी ना होवे। आ पंजाब की राजनीति खड़ गई। और मैं जिहड़ी त्रासदी कही सी कि ओपोजिशन जिहड़ी आ, इहदा रोल ये आ कि एक इशू नूं फड़न चंगी तरह नाल, और उहनूं उदों तक कंसिस्टेंटली लड़ाई लड़न जदों तक असीं इहदे ते कोई मैने खेस प्राप्ति ना कर। जदों असीं एक मुद्दा फड़ते हैं, फिर असीं दूजे ते चल जाने, फिर तीजे ते चल जाने, फिर चौथे ते चल जाने, उसका कोई फायदा नहीं होता मेरे वीरों। सो अज का जिहड़ा मेन मकसद सीगा, जस्ट उदाहरण के तौर पर कि अगर पंजाब सरकार के एक डिपार्टमेंट विच एक साल विच सरकार के मुताबिक 2000 करोड़ रुपए का चूना लग रहा वा, तो तुसीं अंदाजा ला लो कि पंजाब के दर्जना नहीं शायद 1 सैकड़े तो ज़्यादा सरकारी महकमे ने पंजाब के विच, ते फिर उन्हां चूना लगता होगा, तो ये पैसा कित्थे जा रहा वा? ये सारा पैसा ताकतवर पोलिटिकल ब्यूरोक्रैट्स जिहड़ा लॉबी कनैक्शन आ उन्होंने नाल जिहड़ा माफिया वा, पावरफुल पोलिटिकल ब्यूरोक्रैट माफिया नेक्सस इन पंजाब, 3 बंदे रल गए, राज करने वाले चिट्टे कपड़े वाले भी रल गए, अफसर भी रल गए, ते नाल उन्हां दे जिहड़ा माफिया जिहड़ा उन्होंने राह दसदा कि हुण रेता बजरी इस तरह लुटनी आ, ते ट्रांसपोर्ट दे विच इदां ठੱਗੀ मारनी आ, ते शराब के व्यापार में इदां ठੱਗੀ मारनी। ये तिन्नां दा गठजोड़ जिहड़ा बन के साडे सूबे नूं इन्हां ने 2.5 लाख करोड़ रुपए का करजाई बनाता। ਉਹਦਾ इफेक्ट कैप्टन साहब या बादल साहब के परिवारों से नहीं पिया, उन्होंने काम काफ़ी हद तक ठीक है, काफ़ी नहीं, काफ़ी 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 ठीक है। ਇਹਦਾ इफेक्ट पिया ਤੁਹਾਡੇ ਬੱਚਿਆਂ ਦੇ ਉੱਤੇ। ਬੱਚੇ पंजाब छड्ड के विदेशों में भज गए क्योंकि उन्होंने कोई नौकरी नहीं की, और पेरेंट्स को लग्या कि जे साडे बच्चे इत्थे रह के किते नशेड़ी ना बन जाण। ਉਹਦਾ इफेक्ट आम वर्ग, मध्य वर्ग, लोअर मिडिल क्लास, किसान परिवारों से, आम काम करने वाले ऑर्डिनरी सिटीजनस से, ਇਹਦਾ ਇਕੱਲੇ ਬੱਚਿਆਂ ਦੇ ਨਹੀਂ फर्क ਪਿਆ, फिर ऑल ओवर इफेक्ट पै गया। मतलब साढ़े स्कूल्स जिन्हों तो उम्मीद सी कि बच्चे पढ़नगे वो ढेर ढेरी हो गए। हॉस्पिटल्स तुसीं आ देख लिया कि कोरोना वायरस में किन्ने कॉम्पिटेंट सीगे, किन्ने के मरीजों का इलाज कर सके, और यदी कॉस्ट से फिर प्राइवेट एजुकेशन ते हेल्थ केयर का वड्डा माफिया पैदा हो गया। वो जो मर्जी लुट्टी जाते हैं, फीसा ले जाते हैं। अज साडे दोस्त अमृतसर धरना तो मार रहे हैं कि मैडिकल कॉलेजेस की फीस बहुत ज़्यादा वधाएगी। बिल्कुल वधाएगी गलत है। मैडिकल कॉलेजेस की फीस 80% वो वाधा किया गया, इट्स रॉन्ग। वो एडे वड्डे पद्धर पर फीसा नहीं वधे, पर जो आप धरना देन जा रहे हैं आप रियलाइज़ नहीं कर रहे कि इन्हां विचों एक साडे ही दोस्त जिहड़े इनकलाबी ने उन्हों का डेंटल कॉलेज आ, उस डेंटल कॉलेज के जी फीस आ वो 1 साल की एडवांस लेंदे ने, जी उन्होंने पिछले जून में ली 2019 उन्होंने 2020 जून तक एडवांस में ली है। वो ट्यूशन फीस छड़ दो, सिर्फ जी हॉस्टल ते मैस की फीस है खाने पीने की रहन की, वो 1,78,000 रुपये एक स्टूडेंट की 1 साल की है। तो हुण उधर आप धरना ला के कहने कि फीसा माफ़ करो तो घटाओ, तो अपने कॉलेज में जे असी 3 महीने की भी छूट नहीं दे सकते। अगर 3 महीने कॉलेज बंद रहा, 22 मार्च तो बाद कॉलेज अज तक बंद ने, 3 महीने घट्टो घट्ट अगर 3 महीने का कैलकुलेट करिए तो 1,78,000 रुपया फी स्टूडेंट की फीस 44,500 रुपया साढ़े मित्रों उन्होंने स्टूडेंट्स को वापस कर देनी चाहिए। फिर असी हक बजान हो जाने कि देखो असी अपने कॉलेज में आ फीस माफ़ की है क्योंकि कॉलेजेस बंद सी, असी फीस वापस कर दी। तो हुण अपने मिनिस्टर साहब सोनी जी मैडिकल एजुकेशन दी जिहड़ियां फीसां तुसीं वधाईयां ने ये घटाईयां जाण, पर जदों आपां ही गलत राह ते चलदे आ तो फिर आप दूसरे नूं की कहांगे। कहंदे ने चैरिटी बिगिनस फ्रॉम होम। पहला अपने घरों तुसीं कोई गल शुरू करोगे
ਤੇ ਫਿਰ ਤੁਸੀਂ ਦੂਸਰੇ ਨੂੰ ਕੋਈ ਗੱਲ ਕਹਿਣ ਜਾ ਸਕਦੇ। ਪਰ ਕੁੱਲ ਮਿਲਾ ਕੇ ਜਿਹੜਾ ਮੇਰਾ ਲਾਰਜਰ ਇਸ਼ੂ ਆ ਉਹ ਇਹੀ ਆ ਕਿ ਬਹੁਤ ਵੱਡੀ ਲੁੱਟ ਹੋ ਰਹੀ ਆ ਤੇ ਇਕੱਲੀ ਸ਼ਰਾਬ ਦੇ ਇਸ਼ੂ ਨੂੰ, ਐਕਸਾਈਜ਼ ਦੀ ਚੋਰੀ ਨੂੰ, ਜਿਹਦੇ ਵਿੱਚ ਡਿਸਟਿਲਰੀਆਂ ਵਾਲੇ ਵੀ ਚੋਰ ਨੇ, ਟਰੱਕਾਂ ਦੇ ਟਰੱਕ ਕੱਢਦੇ ਨੇ, ਜਿਹਦੇ ਵਿੱਚ ਰਿਟੇਲ ਵਿੱਚ ਸਾਰੇ ਪੰਜਾਬ ਦੇ 13,000 ਪਿੰਡਾਂ ਤੇ ਸ਼ਹਿਰਾਂ ਵਿੱਚ ਹੋਮ ਡਿਲੀਵਰੀ ਸ਼ਰਾਬ ਹੋ ਰਹੀ ਆ। ਪੇਟੀਆਂ ਦੀ ਪੇਟੀਆਂ ਟੈਲੀਫੋਨ ਦੇ ਉੱਤੇ ਲੋਕਡਾਊਨ ਦੇ ਵਿੱਚ, ਕਰਫਿਊ ਦੇ ਵਿੱਚ ਪਹੁੰਚਦੀਆਂ ਰਹੀਆਂ। ਪੈਰਲਲ ਟ੍ਰੇਡ ਪੰਜਾਬ ਵਿੱਚ 2 ਨੰਬਰ ਦਾ ਚੱਲ ਰਿਹਾ। ਵੈਸੇ ਤਾਂ ਸਰਕਾਰ ਕਹਿੰਦੀ ਕਿ ਸਾਨੂੰ ਲਗਭਗ 2000 ਕਰੋੜ ਰੁਪਏ ਦਾ ਘਾਟਾ ਪਿਆ ਇਸ ਸਾਲ। ਸਾਡਾ ਮੰਨਣਾ ਵਾ ਕਿ ਇਹ ਜਿਹੜੀ ਅੱਜ ਦੀ ਡੇਟ ਵਿੱਚ ਕੋਈ 6000 ਕਰੋੜ ਰੁਪਏ ਦੀ ਐਕਸਾਈਜ਼ ਰੈਵਨਿਊ ਦਿਖਾ ਰਹੀ ਹੈ ਸਰਕਾਰ। ਜੇ ਸਰਕਾਰ ਸੰਜੀਦਗੀ ਦੇ ਨਾਲ ਲਗਾਮਾਂ ਕੱਸੇ ਜਾਂ ਇਸ ਦੀ ਸਰਕਾਰੀ ਕਾਰਪੋਰੇਸ਼ਨ ਬਣਾ ਕੇ ਇਕੱਲੇ ਸ਼ਰਾਬ ਦੇ ਵਪਾਰ ਨੂੰ ਚਲਾਵੇ, ਆਈ ਐਮ ਕੁਆਇਟ ਸ਼ੋਰ ਕਿ ਇੱਕ ਸਾਲ ਵਿੱਚ ਆਲਮੋਸਟ 20,000 ਕਰੋੜ ਰੁਪਇਆ ਕਮਾਇਆ ਜਾ ਸਕਦਾ। ਸੋ ਮਤਲਬ 15,000 ਕਰੋੜ ਰੁਪਇਆ ਤਾਂ ਆਪਾਂ ਇੱਕ ਡਿਪਾਰਟਮੈਂਟ ਚੋਂ ਨਲਾਇਕੀ ਦੇ ਕਰਕੇ, ਹੇਰਾ ਫੇਰੀ ਕਰਕੇ, ਕਾਲਾ ਬਾਜ਼ਾਰੀ ਕਰਕੇ ਇੱਕ ਡਿਪਾਰਟਮੈਂਟ ਚੋਂ ਲੂਜ਼ ਕਰ ਰਹੇ ਹਾਂ। ਇਹ ਕੋਈ ਫਕਰ ਵਾਲੀ ਗੱਲ ਨਹੀਂ, ਪਰ ਕਹਿੰਦੇ ਨੇ ਨਾ ਕਿ ਪੰਜਾਬ ਦੇ ਵਿੱਚ ਐਲਕੋਹਲ ਕੰਜ਼ੰਪਸ਼ਨ ਸਭ ਤੋਂ ਹਾਈਐਸਟ ਹੈ ਸਾਰੇ ਇੰਡੀਆ 'ਚ, ਤੇ ਫਿਰ ਸਾਡੇ ਨਾਲੋਂ ਦੂਜੀਆਂ ਸਟੇਟਾਂ ਦੀ ਆਮਦਨ ਕੋਈ ਜ਼ਿਆਦਾ ਵਾ, ਕਿਉਂਕਿ ਉੱਥੇ ਇਮਾਨਦਾਰੀ ਦੇ ਨਾਲ ਐਕਸਾਈਜ਼ ਰੈਵਨਿਊ ਜਿਹੜੀ ਇਕੱਠੀ ਹੁੰਦੀ ਆ, ਚੋਰੀ ਨਹੀਂ ਹੋਣ ਦਿੰਦੇ। ਆ ਮੇਰਾ ਅੱਜ ਮਕਸਦ ਸੀਗਾ ਕਿ ਤੁਹਾਨੂੰ ਸਿਰਫ ਇੱਕ ਮੁੱਦੇ ਦੇ ਉੱਤੇ ਫੋਕਸ ਕਰਕੇ, ਜਿਹਦੇ 'ਚ ਮਿਨਿਸਟਰਸ ਵੀ ਭੱਜ ਗਏ, ਜਿਹਦੇ 'ਚ 12 ਕਾਂਗਰਸ ਦੇ ਐਮਐਲਏਜ਼ ਵੀ ਹੱਥ ਖੜੇ ਕਰਕੇ ਚਲੇ ਗਏ ਬਿਨਾਂ ਕਿਸੇ ਪ੍ਰਾਪਤੀ ਤੋਂ, ਤੇ ਜਿਹਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੀ। ਸੁਖਬੀਰ ਸਿੰਘ ਬਾਦਲ ਨੇ ਇੱਕ ਦਿਨ ਮੀਡੀਆ ਨੂੰ ਮਿਲੇ, ਉਹਨਾਂ ਨੇ ਕਹਿਤਾ ਬੜੀ ਗਲਤ ਗੱਲ ਹੈ, ਚੋਰੀ ਹੋ ਰਹੀ, ਕਾਂਗਰਸੀ ਖਾ ਗਏ। ਉਸ ਤੋਂ ਬਾਅਦ ਕਿੱਥੇ ਨੇ ਜਿਹੜੇ ਸਾਡੇ ਦੋਸਤ ਨੇ ਆਮ ਆਦਮੀ ਪਾਰਟੀ ਵਾਲੇ, ਉਹ ਕਿੱਥੇ ਨੇ? ਇਹਦੇ ਤੇ ਤਾਂ ਫਿਰ ਕੰਸਿਸਟੈਂਟਲੀ ਇਦਾਂ ਦੀ ਲੜਾਈ ਲੜੋ ਕਿ ਪੰਜਾਬ ਸਰਕਾਰ ਨੂੰ ਇਹਦੇ ਤੇ ਆਮ ਜਨਤਾ ਨੂੰ ਅਕਾਊਂਟੇਬਲ ਹੋਣਾ ਪਵੇ, ਉਹਨਾਂ ਨੂੰ ਦੱਸਣਾ ਪਵੇ ਕਿ ਹਾਂ ਆਹ ਸਾਡੇ ਲਾਸਸ ਨੇ, ਆਹ ਇੰਨੇ ਕੇਸਿਸ ਰਜਿਸਟਰ ਕੀਤੇ, ਆਹ ਬਾਈ ਨੇਮ ਕੀਤੇ ਨੇ, ਆਹ ਅਸੀਂ ਰਿਕਵਰੀਜ਼ ਕਰਾਂਗੇ, ਔਰ ਇੰਨਾ ਸਾਡਾ ਜਿਹੜਾ ਟੀਚਾ ਹੈ ਅਗਲੇ ਸਾਲ ਅਸੀਂ ਐਕਸਾਈਜ਼ ਦੀ ਰੈਵਨਿਊ ਦਾ ਵਧਾਵਾਂਗੇ ਤਾਂ ਕਿ ਸਾਡੇ ਖਜ਼ਾਨੇ ਵਿੱਚ ਪੈਸਾ ਆਵੇ। ਸੋ ਮੇਰੇ ਦੋਸਤੋ, ਮੇਰੇ ਮਿੱਤਰੋ, ਮੇਰੇ ਵੀਰੋ ਤੇ ਭੈਣੋ, ਜੋ ਕੁਝ ਵੀ ਮੈਂ ਕਿਹਾ ਵਾ ਇਹ ਸਿਰਫ ਇੱਕ ਐਗਜ਼ਾਮਪਲ ਪੇਸ਼ ਕੀਤਾ। ਉਮੀਦ ਕਰਦਾ ਕਿ ਤੁਸੀਂ ਸਾਰੇ ਵਿਸ਼ਵ 'ਚ ਬੈਠੇ ਜਿੰਨੇ ਵੀ ਹੋ ਪੰਜਾਬ ਨਾਲ ਹਮਦਰਦੀ ਕਰਦੇ ਹੋ, ਤੁਸੀਂ ਇਹ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸਮਝੋ। ਸੋਸ਼ਲ ਮੀਡੀਆ, ਮੈਂ ਦੁਬਾਰਾ ਕਹਿੰਦਾ ਹਰ ਵਾਰੀ ਕਿ ਸੋਸ਼ਲ ਮੀਡੀਆ ਇਜ਼ ਅ ਪਲੇਟਫਾਰਮ ਜਿਹਦੇ ਤੇ ਆਪਾਂ ਕੋਈ ਲੌਜਿਕ ਗੱਲ ਕਰੀਏ, ਜਿਹਦੇ ਨਾਲ ਬਾਦਲੀ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਗੱਲ। ਜਦੋਂ ਤੁਸੀਂ ਗਲਤ ਗਾਲਾਂ ਲਿਖਦੇ ਹੋ, ਤੁਹਾਡੀਆਂ ਧੀਆਂ ਭੈਣਾਂ ਵੀ ਪੜ੍ਹ ਰਹੀਆਂ, ਤੁਹਾਡੀ ਮਾਤਾਵਾਂ ਪੜ੍ਹ ਰਹੀਆਂ। ਜਦੋਂ ਤੁਸੀਂ ਕੋਈ ਲਿਖਦੇ ਹੋ ਨਾ ਕਿਸੇ ਨੂੰ, ਫਰਜ਼ ਕਰੋ ਗਾਲ, ਇਕੱਲੇ ਮੈਨੂੰ ਨਹੀਂ, ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ, ਸੁਖਬੀਰ ਨੂੰ, ਹਰਸਿਮਰਤ ਨੂੰ ਜਾਂ ਹੋਰ ਕਿਸੇ ਆਗੂ ਨੂੰ ਤੁਸੀਂ ਗਾਲ ਲਿਖਦੇ ਹੋ, ਉਹ ਜਦੋਂ ਤੁਹਾਡੀ ਧੀ ਭੈਣ ਦੇਖਦੀ ਹੋ ਕਹਿੰਦੀ ਮੇਰਾ ਭਰਾ ਤੇ ਮੇਰਾ ਪਿਓ ਐਡਾ ਕਮੀਨਾ ਵਾ, ਇਹ ਸਾਨੂੰ ਗਾਲਾਂ ਕੱਢ ਰਿਹਾ ਵਾ। ਇਸ ਲਈ ਗਾਲਾਂ ਅਵੋਇਡ ਕਰੋ। ਕੋਈ ਵੀ ਗਲਤ ਲੈਂਗੁਏਜ ਨਾਲ, ਅਸੀਂ ਚਾਹੀਏ ਤਾਂ ਤੁਹਾਡੇ ਤੇ ਗਾਲੀ ਗਲੋਚ ਤੇ ਮੁਕੱਦਮੇ ਦਰਜ ਕਰਾ ਸਕਦਾ ਹੈ। ਸਾਈਬਰ ਲਾਜ਼ ਇੰਪਾਵਰਡ ਨੇ, ਜਿਹੜੇ ਲੋਕ ਗਲਤ ਲਿਖਦੇ ਨੇ ਨਾ, ਗਾਲੀ ਗਲੋਚ ਕਰਦੇ, ਉਹਦੇ ਤੇ ਬਕਾਇਦਾ ਤੌਰ ਤੇ ਕੇਸ ਰਜਿਸਟਰ ਹੋ ਸਕਦਾ ਵਾ। ਪਰ ਮੈਂ ਇਦਾਂ ਦੀ ਕੋਈ ਗੱਲ ਜਾਣਨਾ ਨਹੀਂ ਚਾਹੁੰਦਾ। ਅਵੋਇਡ ਕਰੋ, ਅੱਛੀ ਲੈਂਗੁਏਜ ਲਿਖੋ। ਆਪਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਚੰਗੀ ਸਿੱਖਿਆ ਦਿੱਤੀ ਆ, ਅੱਛੇ ਸ਼ਬਦਾਂ ਵਿੱਚ ਜੇ ਕ੍ਰਿਟਿਸਿਜ਼ਮ ਵੀ ਕਰਨਾ, ਮੀਨਿੰਗਫੁਲ ਕ੍ਰਿਟਿਸਿਜ਼ਮ ਕਰੋਗੇ, ਕੰਸਟਰਕਟਿਵ ਕ੍ਰਿਟਿਸਿਜ਼ਮ ਕਰੋਗੇ ਤਾਂ ਜਿਹੜੇ ਵਿਅਕਤੀ ਨੂੰ ਆਪਣਾ ਜਵਾਬ ਵੀ ਦੇ ਸਕਦੇ। ਜਦੋਂ ਤੁਸੀਂ ਐਵੇਂ ਬੇਤੁਕੀ ਗਾਲੀ ਗਲੋਚ ਗਲਤ ਸ਼ਬਦ ਲਿਖਦੇ ਹੋ, ਉਹ ਤੁਹਾਡੇ ਆਪਣੀਆਂ ਧੀਆਂ ਭੈਣਾਂ ਤੇ ਲਾਗੂ ਹੁੰਦੇ ਨੇ, ਸਾਡੇ ਕਿਸੇ ਤੇ ਕੁਝ ਨਹੀਂ ਜਾਂਦਾ। ਸੋ ਉਮੀਦ ਕਰਦਾ ਕਿ ਅੱਛੀ ਲੈਂਗੁਏਜ ਲਿਖੋਗੇ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।